सतगुरु दी प्यारी साध संगत जी, मेरे वालों सारिਆਂ ਨੂੰ राधा स्वामी जी, ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਜਿਵੇਂ ਕਿ ਬਾਬਾ ਜੀ ਨੇ ਆਪਣੀ ਮੌਜ ਬਖਸ਼ੀ ਸਾਡੇ ਲਈ ਸਪੈਸ਼ਲ ਭੰਡਾਰੇ ਅਨਾਉਂਸ ਕੀਤੇ। ਅੱਜ ਉਹ ਸਪੈਸ਼ਲ ਭੰਡਾਰਾ ਦਾ ਪਹਿਲਾ ਫੇਜ਼ ਸੀਗਾ ਤੇ ਅੱਜ 23 ਮਈ 2026 ਨੂੰ ਅੱਜ ਆਪ ਜੀ ਨੇ 4 ਵਜੇ ਡੇਰਾ ਬਿਆਸ ਦੇ ਵਿੱਚ ਕੁਐਸਚਨ ਆਨਸਰ ਕੀਤੇ। ਜਿਹੜੀ ਸੰਗਤ ਡੇਰਾ ਬਿਆਸ ਨਹੀਂ ਆ ਸਕੀ ਹੈ ਉਹ ਬੜੀ ਖੁਸ਼ੀ ਦੇ ਨਾਲ ਇਹਨਾਂ ਕੁਐਸਚਨ ਆਨਸਰ ਨੂੰ ਸੁਣ ਸਕਦੀ ਹੈ ਜੀ। एक क्वेश्चन किसी ने पूछा कि बाबा जी परमारस दे विच जद इश्क की गल आंदी है तो मैं हीर नहीं बनना चाहता, मैं रांझा बनना चाहता हाँ। बाबा जी ने कहा कि बेटा सोच तो साडी ठीक है, लेकिन बेटा आपां नूं ओनू करनी दे विच लाना है। तुसी देखो जो तुहाडे जेब दे विच 100 रुपए होण तो तुसी किसी नूं 90 दे सकदे हो। उस तरीके दे नाल ही बेटा जिहड़ा कुछ साडे अंदर है उही भार प्रभावित हुंदा है। बेटा सानू तो अपने मन नूं काबू करना है ਤੇ ਜਿਹੜੀ ਜੁਗਤੀ ਸਮਝਾਈ ਗਈ ਹੈ ਉਹਦੇ ਨਾਲ ਚੱਲਣਾ ਹੈ। ਫਿਰ ਉਹਨਾਂ ਨੇ ਇੱਕ ਤੁਕ ਬੋਲੀ ਕਿ ਬਾਬਾ ਜੀ ਉਹ ਜਿਹੜਾ ਨੁਸਰਤ ਫਤਿਹ ਅਲੀ ਖਾਨ ਦੀ ਇੱਕ ਸ਼ਾਇਰੀ ਆਉਂਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ। ਬਾਬਾ ਜੀ ਨੇ ਕਿਹਾ ਕਿ ਬੇਟਾ ਜੇ ਉਸ 24 ਘੰਟੇ ਸਾਡੇ ਅੱਖਾਂ ਦੇ ਸਾਹਮਣੇ ਰਹਿਣ ਲੱਗ ਜੇ ਨਾ, ਸਾਨੂੰ ਉਹਦੀ ਕਦਰ ਨਹੀਂ ਹੋਣੀ। ਬੇਟਾ ਸਾਨੂੰ ਕਿਸੇ ਦੀ ਕਦਰ ਹੁੰਦੀ ਹੈ ਜਦੋਂ ਸਾਡੇ ਤੋਂ ਥੋੜਾ ਜਿਹਾ ਦੂਰ ਹੋ ਜਾਂਦਾ ਹੈ, जब साडे अंदर वो विराग की भावना आती है, वो डिटैचमेंट की भावना आती है, तां जाके साडे कोल अटैचमेंट आता है, फिर सानू वो प्रेम दिसदा है। तां करके ये भी उस मालिक की मौज है। सानू तां अपने वालों प्यार दे विच रह के उहदा भजन सिमरन करना है। अगला सवाल किसी ने पूछा कि बाबा जी मन दे विच तसल्ली नहीं आउंदी, वो जिहड़ा सैटिस्फैक्शन है वो नहीं बनदा, की करिए। बाबा जी ने कहा कि देखो बेटा ਤੁਸੀਂ ਦੇਖੋ ਕਿਸੇ ਨੇ ਪੂਰੀ ਜ਼ਿੰਦਗੀ ਸ਼ਰਾਬ ਪੀਤੀ ਹੋਵੇ, ਜੇ ਉਹ ਕਹੇਗੀ ਜੀ ਮੈਂ ਇੱਕ ਦਿਨ ਦੇ ਵਿੱਚ ਸਾਹੂ ਬਣ ਜਾਊਂਗਾ, ਇੱਕ ਦਿਨ ਦੇ ਵਿੱਚ ਸਾਰਾ ਕੁਝ ਮੇਰੇ ਤੋਂ ਛੱਡ ਦੂੰਗਾ, ਕੀ ਉਹ ਪੋਸੀਬਲ ਹੈ? ਬੇਟਾ ਨਹੀਂ ਹੋ ਸਕਦਾ, ਇੱਕ ਰਾਤ ਦੇ ਵਿੱਚ ਨਹੀਂ ਹੋ ਸਕਦਾ। ਆਪਾਂ ਇਸ ਨੂੰ ਗ੍ਰੈਜੂਅਲੀ ਕਰਾਂਗੇ, ਨਾਲ ਦੇ ਨਾਲ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਉੱਤੇ ਲਾਵਾਂਗੇ, ਮਾਲਿਕ ਜ਼ਰੂਰ ਬਖਸ਼ਿਸ਼ ਕਰੂਗਾ। ਸਾਡੇ ਵੱਲੋਂ ਤਾਂ ਬੇਟਾ ਹੁਕਮ ਮੰਨੀਏ ਪਾਈਏ, ਉਸ ਹੁਕਮ ਦੇ ਵਿੱਚ ਰਹਿਣ ਦੀ ਲੋੜ ਹੈ। महाराज जी समझाते होंगे सी, भावे साडा मन लगे या ना लगे, सानू बैठना है बेटा, ड्यूटी समझ के बैठना है। आपां नू अपने वालों अपनी जिम्मेवारी नू निभाना है, बाकी उस मालिक की जिम्मेवारी है। फिर अगला सवाल किसी ने पूछा, एक बीबी जी ने कहा कि बाबा जी मेरे जिहड़े घर दे आ वो डेरा ब्यास नहीं आउंदे, सत्संग दे विच नहीं आंदे, उन्हां नू घर दे विच बुलाओ। फिर उन्होंने अगे कहा कि बाबा जी साडी गरीबी मिटा दो। बाबा जी ने कहा कि देखो ਉਹ ਤੁਹਾਨੂੰ ਤਾਂ ਰੋਕਦੇ ਨਹੀਂ ਇੱਥੇ ਆਉਣ ਵਾਸਤੇ, ਜੇ ਉਹ ਤੁਹਾਡੀ ਸੋਚ ਦੀ ਕਦਰ ਰੱਖਦੇ ਆ ਤਾਂ ਤੁਹਾਨੂੰ ਵੀ ਉਹਨਾਂ ਦੀ ਸੋਚ ਦੀ ਕਦਰ ਰੱਖਣੀ ਹੈ। ਸਾਨੂੰ ਕਿਸੇ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ ਕਿਸੇ ਕਿੱਥੇ ਵੀ ਜਾਣ ਵਾਸਤੇ, ਇਹ ਪ੍ਰੇਮ ਔਰ ਪਿਆਰ ਦਾ ਸੌਦਾ ਹੈ। ਫਿਰ ਜਿੰਨਾ ਚਿਰ ਬੇਟਾ ਗਰੀਬੀ ਦੀ ਗੱਲ ਹੈ, ਬੇਟਾ ਇਹ ਵੀ ਇੱਕ ਅਵਸਥਾ ਹੈ। ਦੇਖੋ ਇਹ ਵੀ ਇੱਕ ਦਾਤ ਹੈ, ਜਿੰਨਾ ਆਦਮੀ ਇਹਦੇ ਵਿੱਚ ਉਸ ਮਾਲਕ ਨੂੰ ਯਾਦ ਕਰਦਾ ਹੈ ਅਮੀਰੀ ਦੇ ਵਿੱਚ ਨਹੀਂ ਕਰ ਸਕਦਾ। ਆਪਾਂ ਨੂੰ ਮਾਲਕ ਨੇ ਜਿਸ ਵੀ हालत दे विच रखिया है, सानू उस दा शुक्र करके रख चलना है, मालिक दी दात दे विच चलना है, मालिक दे हुक्म दे विच रखना है। वो मालिक साडे सारियां दी अवस्था जानता है। अगला सवाल किसी ने पूछा कि बाबा जी तुसी हमेशा साडे नाल रहना। बाबा जी ने कहा कि बेटा मैनू एक चीज दसो, कोई इहो जिहा है जो जिहड़ा कि पूरी जिंदगी साडे नाल इत्थे रहा होवे? बेटा सारिਆਂ ने एक दिन जाना है। ਵੱਡੇ ਵੱਡੇ ਮਹਾਂਪੁਰਖ ਇੱਥੇ ਆਏ ਹਨ, ਉਹ ਵੀ ਇੱਥੇ ਤੋਂ ਗਏ ਹਨ। ਗੁਰੂ ਦਾ ਕੰਮ ਕੀ ਹੁੰਦਾ ਹੈ? ਬੇਟਾ ਗੁਰੂ ਦਾ ਕੰਮ ਹੁੰਦਾ ਹੈ ਸਾਨੂੰ ਇੱਥੇ ਤੋਂ ਆਜ਼ਾਦ ਕਰਨਾ, ਨਾ ਕਿ ਇੱਥੇ ਸਾਨੂੰ ਮੁਹਤਾਜ ਬਣਾਉਣਾ। ਉਹ ਗੁਰੂ ਸਾਡਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਉਹਦਾ ਜਿਹੜਾ ਉਹ ਸ਼ਿੱਦਤ ਹੈ, ਉਹ ਪਿਆਰ ਹੈ, ਉਹ ਸਾਨੂੰ ਆਪਣੇ ਭਜਨ ਸਿਮਰਨ ਦੇ ਵਿੱਚ ਲੈ ਕੇ ਆਣੀ ਹੈ। ਆਪਾਂ ਕਰਨੀ ਕਰਕੇ ਵਿਖਾਵਾਂਗੇ, ਉਹ ਸਾਡੇ ਸਦਾ ਸਾਡੇ ਨਾਲ ਹੈ। अगला सवाल किसी ने पूछा सेवा बारे कि बाबा जी उन्होंने पापा जी नूं पैरालाइज सीगा, उन्होंने कहा कि मेरी जिहड़ी मदर है वो उन्होंने सेवा करती है, वो डेरा ब्यास सेवा नहीं कर पाती। बाबा जी ने कहा कि बेटा देखो वो जो कर रही हन वो भी सेवा है। बेटा ये साडी भुलेखा है कि आपां सेवा नूं किसी धर्म स्थान दे नाल जोड़ लैंदे आ ते किसी पर्टिकुलर सोचते हैं कि उत्थे जाके सेवा करनी चाहिए है। बेटा सेवा ਤਾਂ ਆਪਾਂ ਕਿੱਥੇ ਵੀ ਕਰ ਸਕਦੇ ਹਾਂ।
ਆਪਾਂ ਕਿਸੇ ਦੀ ਵੀ ਹੈਲਪ ਕਰ ਸਕਦੇ ਹਾਂ, ਉਹ ਵੀ ਸੇਵਾ ਹੈ, ਉਹ ਮਾलिक ਦੀ ਸੇਵਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੇਰੀ ਤਾਂ ਕੋਈ ਔਕਾਤ ਨਹੀਂ ਹੈ, ਮੈਂ ਨੀਚ ਹਾਂ। ਬਾਬਾ ਜੀ ਨੇ ਕਿਹਾ ਕਿ ਬੇਟਾ ਇੱਥੇ ਆਪਾਂ ਬੈਠੇ ਆਪਾਂ ਸਾਰਿਆਂ ਦੀ ਔਕਾਤ ਹੈ, ਸਾਨੂੰ ਇਦਾਂ ਨਹੀਂ ਸੋਚਣਾ ਚਾਹੀਦਾ। ਬੇਟਾ ਪਰਮਾਰਥ ਦੇ ਵਿੱਚ ਕੋਈ ਉੱਚਾ ਤੇ ਨੀਚਾ ਨਹੀਂ ਹੁੰਦਾ। ਮਾलिक ਨੇ ਸਾਰਿਆਂ ਨੂੰ ਇੱਕੋ ਹੀ ਜਿੱਕਾ ਬਣਾਇਆ ਹੈ। ਸਾਨੂੰ ਤਾਂ ਬੇਟਾ ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਣੇ ਵੱਲੋਂ ਉਹ ਚੀਜ਼ ਜਿਹੜੀ ਹੈ ਕਰਨ ਦੀ ਲੋੜ ਹੈ, ਜਿਹੜੀ ਜੁਗਤੀ ਸਮਝਾਈ ਗਈ ਹੈ ਉਹਨੂੰ ਕਰਨ ਦੀ ਲੋੜ ਹੈ। ਫਿਰ ਜਾ ਕੇ ਆਪਾਂ ਨੂੰ ਉਹ ਮਾलिक ਦਾ ਅਹਿਸਾਸ ਹੋਊਗਾ। ਉਸ ਮਾलिक ਨੇ ਕਦੇ ਸਾਡੇ ਵਾਸਤੇ ਕੋਈ ਕਮੀ ਨਹੀਂ ਛੱਡੀ। ਆਪਾਂ ਕਿਉਂ ਏਦਾਂ ਸੋਚੀਦਾ ਹੁੰਦੇ ਆ? ਸਾਨੂੰ ਬੇਟਾ ਪੋਜ਼ਿਟਿਵ ਰਹਿਣਾ ਹੈ ਤੇ ਆਪਣੇ ਆਪ ਨੂੰ ਚੰਗਾ ਇਨਸਾਨ ਬਣਾਉਣਾ ਹੈ ਤੇ ਮਾलिक ਦੇ ਭਾਣੇ ਦੇ ਵਿੱਚ ਰਹਿਣਾ ਹੈ। ਉਹ मालिक ਜ਼ਰੂਰ ਬਖਸ਼ਿਸ਼ ਕਰੂਗਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਆਪਾਂ ਅੱਛੇ ਇਨਸਾਨ ਕਿਵੇਂ ਬਣ ਸਕਦੇ ਹਾਂ? ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ ਆਪਾਂ ਕੋਈ ਹੈ ਇੱਥੇ ਜਿਹੜਾ ਨਾ ਜਾਣਦਾ ਹੋਵੇ ਅੱਛਾ ਇਨਸਾਨ ਕਿਵੇਂ ਬਣ ਸਕਦੇ ਹਾਂ? ਆਪਾਂ ਸਾਰੇ ਜਾਣਦੇ ਹਾਂ। ਬੇਟਾ ਸਾਨੂੰ ਜੋ ਉਸੂਲ ਸਮਝਾਏ ਜਾਂਦੇ ਹਨ, ਜਿਹੜੀ ਜ਼ਿੰਦਗੀ ਸਾਨੂੰ ਸਮਝਾਈ ਜਾਂਦੀ ਹੈ, ਉਸ ਦੇ ਉੱਤੇ ਚੱਲਣਾ ਹੈ। मालिक ਦੇ ਉੱਤੇ ਵਿਸ਼ਵਾਸ ਰੱਖਦੇ ਹੋਏ मालिक ਦੇ ਨਾਲ ਜੁੜ ਕੇ ਆਪਣੇ ਕੰਮਾਂ ਨੂੰ ਕਰਨਾ ਹੈ। ਫਿਰ ਸਾਨੂੰ ਜ਼ਰੂਰ ਇਨਸਾਨ ਆਪਾਂ ਸੱਚੇ ਬਣਨਗੇ ਤੇ ਅੱਛੇ ਬਣਨਗੇ। ਸਾਨੂੰ ਉਹਦੇ ਉੱਤੇ ਚੱਲਣਾ ਹੈ। ਹੁਕਮ ਮੰਨੀਏ ਪਾਈਏ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੇਰੇ ਜਿਹੜੇ ਪੈਰੈਂਟਸ ਹਨ, ਮਾਤਾ ਪਿਤਾ ਹਨ, ਉਹ ਮੈਨੂੰ ਬੜੇ ਸਕੋਲਡ ਕਰਦੇ ਹਨ, ਡਾਂਟਦੇ ਹਨ। ਬਾਬਾ ਜੀ ਨੇ ਕਿਹਾ ਕਿ ਬੇਟਾ ਇਹ ਮਾਂ-ਬਾਪ ਦੀ ਜ਼ਿੰਮੇਵਾਰੀ ਹੈ, ਇਹ ਵੀ ਉਹਨਾਂ ਦਾ ਇੱਕ ਪਿਆਰ ਹੈ, ਉਹਦੇ ਪਿੱਛੇ ਵੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਲੱਗੀ ਹੋਈ ਹੈ। ਬੇਟਾ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ। ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਜਦ ਵੀ ਉਹ ਮੈਨੂੰ ਕਹਿ ਦਿੰਦੇ ਆ ਜਾਂ ਬਿਆਸ ਚਲੀ ਜਾ, ਉੱਥੇ ਚਲੀ ਜਾ, ਬਾਬਾ ਜੀ ਨੇ ਕਿਹਾ ਕਿ ਫਿਰ ਬੇਟਾ ਇਹ ਤਾਂ ਚੰਗੀ ਗੱਲ ਹੈ ਕਿ ਉਹ ਤੁਹਾਨੂੰ ਇੱਥੇ ਆਣ ਦਿੰਦੇ ਆ, ਫਿਰ ਕੀ ਕਿੱਡੀ ਚੀਜ਼ ਹੈ? ਬੇਟਾ ਸਾਨੂੰ ਤਾਂ ਸ਼ੁਕਰ ਕਰਨਾ ਹੈ। ਮਾਂ-ਬਾਪ ਜ਼ਰੂਰ ਸਾਡੀ ਜ਼ਿੰਮੇਵਾਰੀ ਕਰਦੇ ਹਨ। ਉਹਨਾਂ ਦੀ ਜਿਹੜੀ ਚਿੰਤਾ ਹੁੰਦੀ ਹੈ, ਮਾਂ-ਬਾਪ ਨੂੰ ਸਭ ਤੋਂ ਵੱਡੀ ਜਿਹੜੀ ਚਿੰਤਾ ਹੈ ਆਪਣੇ ਬੱਚਿਆਂ ਦੀ ਹੁੰਦੀ ਹੈ। ਬੱਚੇ ਜੇ ਆਪਣੇ ਪੈਰ ਦੇ ਉੱਤੇ ਖੜੇ ਹੋ ਜਾਣ, ਮਾਂ-ਬਾਪ ਦੀ ਸਾਰੀਆਂ ਚਿੰਤਾ ਮਿਟ ਜਾਂਦੀਆਂ ਹਨ। ਤਾਂ ਇਹ ਬੇਟਾ ਉਹਨਾਂ ਦਾ ਹੱਕ ਹੈ। ਸਾਨੂੰ ਤਾਂ मालिक ਦਾ ਸ਼ੁਕਰ ਕਰਦੇ ਹੋਏ ਅੱਗੇ ਵਧਣ ਦੀ ਲੋੜ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਆਪਾਂ ਅਕਸਰ ਦੇਖਦੇ ਹਾਂ ਕਿ ਕੁਝ ਇਹੋ ਜਿਹੀਆਂ ਡੈਥ ਹੋ ਜਾਂਦੀਆਂ ਹਨ, ਮੌਤ ਹੋ ਜਾਂਦੀਆਂ ਹਨ, ਜਿਹਦੇ ਵਿੱਚ ਬੱਚੇ ਚਲੇ ਜਾਂਦੇ ਹਨ, ਜਵਾਨ ਚਲੇ ਜਾਂਦੇ ਹਨ, ਜਿਨ੍ਹਾਂ ਨੇ ਨਾ ਨਾਮ ਲਿੰਦਾ ਹੁੰਦਾ ਹੈ, ਨਾ ਕੋਈ ਪਾਠ ਪੂਜਾ ਕਰਦੇ ਆ, ਤੇ ਉਹਨਾਂ ਦੀ ਚੜ੍ਹਾਈ ਕਿਵੇਂ ਹੋਵੇਗੀ? ਉਹ ਕਿਵੇਂ ਉਸ मालिक ਤੱਕ ਪਹੁੰਚ ਸਕਦੇ ਹਨ? ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ मालिक ਸਾਰਿਆਂ ਨੂੰ ਲੈਣ ਆਉਂਦਾ ਹੈ। ਜਿਨ੍ਹਾਂ ਨੇ ਉਹਨਾਂ ਦੀ ਜੀਤੇ ਜੀ ਪਛਾਣ ਕਰ ਲਈ ਉਹ ਪਛਾਣ ਲੈਂਦਾ ਹੈ, ਜਿਨ੍ਹਾਂ ਨੇ ਨਹੀਂ ਕੀਤੀ ਉਹ ਨਹੀਂ ਪਛਾਣ ਪਾਉਂਦਾ। ਜਿੰਨਾ ਚਿਰ ਬੇਟਾ ਜਲਦੀ ਜਾਣਦੀ ਹੈ, ਬੇਟਾ ਦੇਖੋ ਇੱਥੇ ਆਪਾਂ ਸਾਰੇ ਕਰਮਾਂ ਕਰਕੇ ਆ। ਜੇ मालिक ਕਿਸੇ ਨੂੰ ਜਲਦੀ ਲੈ ਜਾਂਦਾ ਹੈ ਤਾਂ ਬੇਟਾ ਚੰਗੀ ਗੱਲ ਹੈ, ਉਹ ਜਲਦੀ ਆਪਣੇ ਬਾਪ ਦੇ ਕੋਲ ਪਹੁੰਚ ਗਿਆ। ਆਪਾਂ ਕਿਉਂ ਕਿਸੇ ਨੂੰ ਇੱਥੇ ਸੋਚਦੇ ਆ? मालिक ਬਿਹਤਰ ਜਾਣਦਾ ਹੈ, मालिक ਸਾਰਿਆਂ ਦੀ ਬਿਹਤਰੀ ਜਾਣਦਾ ਹੈ। ਉਹ ਸਭ ਨੂੰ ਇੱਥੇ ਤੋਂ ਲੈ ਕੇ ਜਾਣਾ ਹੈ, ਤੇ ਜਿਨ੍ਹਾਂ ਦੇ ਕਰਮ ਜਲਦੀ ਖਤਮ ਹੋ ਜਾਂਦੇ ਹਨ ਉਹ ਇੱਥੇ ਤੋਂ ਜਲਦੀ ਚਲੇ ਜਾਂਦੇ ਹਨ। ਆਪਾਂ ਨੂੰ ਇਸ ਤਰੀਕੇ ਦੇ ਨਾਲ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੇਰੀ ਮੰਮੀ ਨੂੰ ਜਿਹੜਾ ਹੈ ਨਾਮਦਾਨ ਨਹੀਂ ਮਿਲਿਆ ਹੈ, ਤੇ ਮੈਂ ਉਹਨਾਂ ਨੂੰ ਕਈ ਵਾਰੀ ਕਹਿੰਨੀ ਆ ਕਿ ਪਰਚੀ ਤੇ ਲੱਗ ਜਾਓ, ਉਹਨੂੰ ਪਰਚੀ ਨਹੀਂ ਨਿਕਲੀ। ਬਾਬਾ ਜੀ ਨੇ ਕਿਹਾ ਕਿ ਬੇਟਾ ਉਹ ਸਾਡੇ ਪੈਰੈਂਟਸ ਹਨ ਜਾਂ ਤੂੰ ਉਹਨਾਂ ਦੀ ਪੈਰੈਂਟਸ ਹਨ। ਬੇਟਾ ਸਾਨੂੰ ਨਾ ਮਾਂ-ਬਾਪ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ, ਉਹ ਬਿਹਤਰ ਜਾਣਦੇ ਆ। ਬੇਟਾ ਜਿੰਨਾ ਚਿਰ ਨਾਮਦਾਨ ਦੀ ਗੱਲ ਹੈ, ਨਾਮਦਾਨ ਇੱਕ ਜੁਗਤੀ ਹੈ, ਇੱਕ ਸਾਧਨ ਹੈ ਜਿਹੜਾ ਕਿ ਸਮਝਾਇਆ ਜਾਂਦਾ ਹੈ ਕਿਵੇਂ ਆਪਾਂ मालिक ਤੱਕ ਜੁੜ ਸਕਦੇ ਹਾਂ। ਬੇਟਾ ਦੇਖੋ ਜੇ ਨਾਮਦਾਨ ਤੋਂ ਸਾਰਾ ਕੁਝ ਹੋ ਜਾਂਦਾ, ਜਿਹੜੇ ਇੱਥੇ ਬੈਠੇ ਆ ਤੇ ਸਾਰੇ ਸੰਤ ਬਣ ਜਾਂਦੇ। ਬੇਟਾ ਉਹ ਇੱਕ ਸਾਧਨ ਹੈ, ਜਿਹੜੀ ਸ਼ੁਰੂਆਤ ਹੈ ਉਹ ਸਾਨੂੰ ਅਜੇ ਤੋਂ ਕਰਨੀ ਹੈ। ਕਿਤੇ ਵੀ ਆਪਾਂ ਹੋਈਏ ਉੱਥੇ ਤੋਂ ਕਰ ਸਕਦੇ ਹਾਂ। मालिक ਚਾਹੂਗਾ ਆਪਾਂ ਉਹਦੇ ਭਾਣੇ ਦੇ ਵਿੱਚ ਰਵਾਂਗੇ, ਜਦ ਉਹ ਸਹੀ ਸਮਝੂਗਾ ਇਹ ਚੀਜ਼ ਵੀ ਸਾਨੂੰ ਬਖਸ਼ੂਗਾ। ਆਪਾਂ ਕਿਉਂ ਇਸ ਚੀਜ਼ ਦੀ ਜਲਦੀ ਕਰਦੇ ਆ? ਸਾਨੂੰ ਤਾਂ ਬੇਟਾ ਉਹਦੇ ਭਾਣੇ ਦੇ ਵਿੱਚ ਰਹਿਣਾ ਹੈ, ਉਹਦੇ ਨਾਮ ਦੇ ਨਾਲ ਲੱਗ ਕੇ ਅੱਗੇ ਵਧਣਾ, ਜਦ ਉਹ ਸਹੀ ਸਮਝੇਗਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਗਵਰਨਮੈਂਟ ਐਗਜ਼ਾਮ ਬਾਰੇ ਕਿ ਬਾਬਾ ਜੀ ਮੈਂ ਕਈ ਸਾਲਾਂ ਤੋਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਹਾਂ, ਲੇਕਿਨ ਕੁਝ ਬਣ ਨਹੀਂ ਰਿਹਾ ਹੈ, ਬੜਾ ਦੁੱਖ ਹੁੰਦਾ ਹੈ, ਕੀ ਕਰੀਏ? ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ मालिक ਨੇ ਜੇ ਇੱਥੇ ਸਾਨੂੰ ਜਨਮ ਦਿੱਤਾ ਹੈ, ਉਹਨੇ ਸਾਰਾ ਕੁਝ ਲਿਖ ਦਿੱਤਾ ਹੈ। ਉਹਨਾਂ ਨੇ ਜਦ ਜ਼ਿੰਦਗੀ ਬਣਾਈ ਸੀ, ਉਹਨਾਂ ਨੇ ਕਿਸਮਤ ਸਾਡੇ ਵਾਸਤੇ ਲਿਖ ਦਿੱਤੀ ਹੈ। ਬੇਟਾ ਮਿਹਨਤ ਦੀ ਗੱਲ ਹੈ, ਤੁਸੀਂ 2-4 ਵਾਰ ਟਰਾਈ ਕਰੋ, ਜ਼ਰੂਰ ਕਰੋ।
ਜੇ ਨਹੀਂ ਹੁੰਦਾ ਬੇਟਾ ਲਾਈਨ ਚੇਂਜ ਕਰ ਲਓ। ਇਹ ਤਾਂ ਨਹੀਂ ਕਿ ਇੱਕ ਚੀਜ਼ ਦੇ ਪਿੱਛੇ ਚੱਲੀ ਜਾਓ। ਬੇਟਾ ਸਾਡੇ ਉੱਤੇ ਮੁਨੱਸਰ ਹੈ, ਆਪਾਂ ਮਾਲਿਕ ਦੇ ਭਾਣੇ ਦੇ ਵਿੱਚ ਰਹਿਣਾ ਹੈ ਤੇ ਆਪਣੇ ਵੱਲੋਂ ਮਿਹਨਤ ਕਰਨੀ ਹੈ। ਜੋ ਤਿਸ ਭਾਵੇ ਨਾਨਕਾ ਸਾਈਂ ਗਲ ਚੰਗੀ, ਮਾਲਿਕ ਬਿਹਤਰ ਜਾਣਦਾ ਹੈ। ਸਾਨੂੰ ਆਪਣੇ ਵੱਲੋਂ ਮਿਹਨਤ ਕਰਨੀ ਹੈ, ਬਾਕੀ ਉਸ ਮਾਲਿਕ ਦੇ ਹੱਥ ਦੇ ਵਿੱਚ ਛੱਡ ਦੇਣਾ ਹੈ, ਉਹ ਆਪਣੇ ਆਪ ਸਾਰਾ ਕੁਝ ਕਰੂਗਾ। ਅਗਲਾ ਸਵਾਲ ਕਿਸੇ ਨੇ ਕਰਿਆ ਕਿ ਬਾਬਾ ਜੀ ਤੁਸੀਂ ਇੰਦੌਰ ਨਹੀਂ ਆਏ ਤੇ ਹਜ਼ੂਰ ਜੀ ਉੱਥੇ ਆਏ ਸੀ, ਤੁਸੀਂ ਨਾਲ ਇਕੱਠੇ ਆਇਆ ਕਰੋ। ਬਾਬਾ ਜੀ ਨੇ ਕਿਹਾ ਕਿ ਦੇਖੋ ਜੇ ਆਪਾਂ ਦੋਨੋਂ ਇਕੱਠੇ ਆ ਜਾਵਾਂਗੇ ਤਾਂ ਫਿਰ ਕੀ ਹੋ ਜਾਊਗਾ ਕਿ ਤੁਸੀਂ ਜ਼ਿਆਦਾ ਭਜਨ ਸਿਮਰਨ ਕਰਨਾ ਸ਼ੁਰੂ ਕਰ ਦੋਗੇ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ ਆਪਾਂ ਨੇ ਆਪਣੀ ਡਿਊਟੀ ਜਿਹੜੀ ਹੈ ਉਹ ਵੰਡ ਲਿੱਤੀ ਹੈ। ਕਿਸੇ ਥਾਂ ਤੇ ਉਹ ਚਲੇ ਜਾਂਦੇ ਹਨ, ਕਿਸੇ ਥਾਂ ਤੇ ਮੈਂ ਚਲਾ ਜਾਂਦਾ ਹਾਂ। ਸੰਗਤ ਨੂੰ ਸਹੂਲਤ ਮਿਲ ਜਾਂਦੀ ਹੈ, ਸੰਗਤ ਨੂੰ ਬਿਹਤਰ ਦਰਸ਼ਨ ਮਿਲ ਜਾਂਦੇ ਹਨ ਤੇ ਇੱਕ ਉੱਥੇ ਪ੍ਰੋਗਰਾਮ ਬਣ ਜਾਂਦਾ ਹੈ। ਤਾਂ ਇਹ ਤਾਂ ਬੇਟਾ ਸਾਡੀ ਫੈਸਿਲਿਟੀ ਵਾਸਤੇ ਕੀਤਾ ਗਿਆ ਹੈ, ਸਾਨੂੰ ਤਾਂ ਉਹਦੇ ਵਿੱਚ ਵੀ ਸ਼ੁਕਰ ਕਰਨਾ ਹੈ। ਸਤਸੰਗ ਤਾਂ ਫਿਰ ਵੀ ਇੱਕ ਨਹੀਂ ਦੇਣਾ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੇਰਾ ਜਿਹੜਾ ਭਰਾ ਹੈ, ਮੇਰਾ ਬ੍ਰਦਰ ਹੈ, ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਤੇ ਉਹ ਉੱਥੇ ਬਹੁਤ ਦੁਖੀ ਹੈ। ਉਹਨਾਂ ਨੇ ਕੁਝ ਰੀਜ਼ਨਸ ਦੱਸੇ। ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਜਿਹੜੇ ਦੁੱਖ ਹੈ ਉਹ ਵੀ ਤੁਸੀਂ ਮੈਨੂੰ ਦੇ ਦਿਓ, ਮੇਰੇ ਭਾਈ ਦੇ ਜਿਹੜੇ ਦੁੱਖ ਹੈ ਉਹ ਵੀ ਮੈਨੂੰ ਦੇ ਦਿਓ। ਬਾਬਾ ਜੀ ਨੇ ਕਿਹਾ ਕਿ ਬੇਟਾ ਸਾਨੂੰ ਏਦਾਂ ਨਹੀਂ ਕਹਿਣਾ ਚਾਹੀਦਾ। ਆਪਾਂ ਨੂੰ ਕੀ ਪਤਾ ਬੇਟਾ ਸਾਡੇ ਆਪਣੇ ਕਿਤਨੇ ਹਨ, ਜੇ ਤੁਸੀਂ ਉਹਨਾਂ ਦੇ ਵੀ ਮੰਗ ਲਓਗੇ ਤਾਂ ਬੇਟਾ ਐਕਸਟਰਾ ਬਰਡਨ ਹੋ ਨਹੀਂ ਜਾਊਗਾ, ਤੁਸੀਂ ਹੋਰ ਆਪਣੇ ਉੱਤੇ ਭਾਰ ਨਹੀਂ ਵਧਾ ਲਿਓਗੇ। ਬੇਟਾ ਇੱਥੇ ਮਾਲਕ ਨੇ ਸਾਰਿਆਂ ਦੀ ਆਪਣੀ ਕਿਸਮਤ ਲਿਖੀ। ਕਰਮੋ ਕਰਮੀ ਆਪਣੀ ਕੇ ਨੇੜੇ ਕੇ ਦੂਰ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਨ। ਬੇਟਾ ਜਿਹੜਾ ਕੁਝ ਵੀ ਆਪਾਂ ਨੇ ਕੀਤਾ ਹੈ ਉਸ ਕਰਕੇ ਆਪਾਂ ਅੱਜ ਸਹਿ ਰਹੇ। ਆਪਾਂ ਨੂੰ ਇਦਾਂ ਨਹੀਂ ਸੋਚਦਾ ਹੁੰਦਾ। ਮਾਲਕ ਨੇ ਜੇ ਸਾਨੂੰ ਸੱਚੇ ਰਾਹ ਦੇ ਉੱਤੇ ਲਗਾਇਆ ਹੈ, ਸਾਨੂੰ ਬਿਹਤਰ ਵਾਸਤੇ ਲਗਾਇਆ, ਸਾਨੂੰ ਮਾਲਕ ਦੇ ਅੱਗੇ ਲੱਗ ਕੇ ਖੁਸ਼ ਰਹਿਣ ਦੀ ਲੋੜ ਹੈ ਤੇ ਮਾਲਕ ਦੇ ਭਾਣੇ ਦੇ ਵਿੱਚ ਰਹਿਣ ਦੀ ਲੋੜ ਹੈ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਸੱਚੇ ਗੁਰੂ ਦੀ ਪਹਿਚਾਨ ਕਿਵੇਂ ਕਰ ਸਕਦੇ ਹਾਂ। ਬਾਬਾ ਜੀ ਨੇ ਕਿਹਾ ਕਿ ਤੂੰ ਕਰਨਾ ਚਾਹੁੰਦਾ ਹੈ। ਉਹਨਾਂ ਨੇ ਕਿਹਾ ਕਿ ਨਹੀਂ ਬਾਬਾ ਜੀ ਮੈਂ ਤਾਂ ਏਦਾਂ ਹੀ ਪੁੱਛ ਰਿਹਾ। ਬਾਬਾ ਜੀ ਨੇ ਕਿਹਾ ਕਿ ਦੇਖੋ ਬੇਟਾ ਜੇ 5 ਸਾਲ ਦਾ ਬੱਚਾ ਕਹੇ ਕਿ ਜੀ ਮੈਨੂੰ 12ਵੀਂ ਦਾ ਚੀਜ਼ ਸਮਝਾ ਦਿਓ, ਉਹਨੂੰ ਸਮਝ ਨਹੀਂ ਆਉਣ ਲੱਗੀ। ਬੇਟਾ ਆਪਾਂ ਉਸ ਲੈਵਲ ਦੇ ਉੱਤੇ ਨਹੀਂ ਪਹੁੰਚੇ ਹਾਂ। ਜਦ ਆਪਾਂ ਉਸ ਲੈਵਲ ਦੇ ਉੱਤੇ ਪਹੁੰਚਾਂਗੇ ਸਾਰੇ ਜਿਹੜੇ ਸਵਾਲ ਹਨ ਉਹ ਆਪਣੇ ਪਹੁੰਚ ਜਾਣਗੇ। ਸੱਚਾ ਗੁਰੂ ਕਿਹਨੂੰ ਕਹਿ ਸਕਦੇ ਹਾਂ ਬੇਟਾ? ਉਹ ਗੁਰੂ ਜਿਹੜਾ ਸਾਨੂੰ ਸੱਚ ਦੀ ਤਰਫ ਲੈ ਕੇ ਜਾ ਸਕੇ, ਜਿਹੜਾ ਸਾਨੂੰ ਇੱਥੇ ਭਰਮਾਂ ਤੋਂ ਕੱਢ ਕੇ ਸੱਚ ਦੀ ਤਰਫ ਜੋੜ ਸਕੇ, ਜਿਹਨਾਂ ਦੀ ਗੱਲਾਂ ਨੂੰ ਸਮਝ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ, ਉਹ ਗੁਰੂ ਹੈ ਬੇਟਾ। ਅਗਲਾ ਸਵਾਲ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਕਦੇ-ਕਦੇ ਨਾ ਜ਼ਿੰਦਗੀ ਦੇ ਵਿੱਚ ਸੈਲਫ ਡਾਊਟ ਹੋ ਜਾਂਦਾ ਹੈ। ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ ਮਾਲਕ ਨੇ ਸਾਨੂੰ ਵਿਵੇਕ ਦੀ ਤਾਕਤ ਦਿੱਤੀ ਹੈ, ਉਹ ਸੈਂਸ ਆਫ ਡਿਸਕ੍ਰਿਮੀਨੇਸ਼ਨ ਦਿੱਤਾ ਹੈ। ਆਪਾਂ ਸੋਚ ਵਿਚਾਰ ਕਰਕੇ ਜੇ ਬੇਟਾ ਕੋਈ ਅੱਛਾ ਡਿਸੀਜਨ ਲਵਾਂਗੇ ਤਾਂ ਬੇਟਾ ਸੈਲਫ ਡਾਊਟ ਨਹੀਂ ਆਉਣ ਲੱਗਾ। ਆਪਾਂ ਜ਼ਿਆਦਾ ਆਪਣੇ ਆਪ ਨੂੰ ਸਪਰੈਸ ਕਰਦੇ ਹਾਂ, ਪ੍ਰੈਸ਼ਰਾਈਜ਼ ਕਰਦੇ ਹਾਂ। ਆਪਾਂ ਨੂੰ ਬੇਟਾ ਥੋੜਾ ਜਿਹਾ ਓਪਨ ਹੋਣ ਦੀ ਲੋੜ ਹੈ, ਥੋੜਾ ਜਿਹਾ ਆਪਣੇ ਆਪ ਨੂੰ ਉਹ ਜਿਹੜਾ ਇੱਕ ਰੀਜ਼ਨੇਬਲ ਤੇ ਲੌਜੀਕਲ ਜਿਹੜਾ ਡਿਸੀਜਨ ਹੈ ਉਹ ਲੈਣ ਦੀ ਲੋੜ ਹੈ। ਆਪਾਂ ਆਪਣੇ ਆਪ ਨੂੰ ਐਕਸਟ੍ਰੀਮ ਦੇ ਉੱਤੇ ਲੈ ਜਾਂਦੇ ਹਾਂ, ਤਾਂ ਕਰਕੇ ਸਾਨੂੰ ਇਹ ਜਿਹੜਾ ਸੈਲਫ ਡਾਊਟ ਹੈ ਜਾਂ ਹੋਰ ਕੋਈ ਸਫਰਿੰਗ ਹੈ ਉਹ ਕਰਨੀ ਪੈਂਦੀ। ਮਾਲਕ ਨੇ ਬਹੁਤ ਸਾਨੂੰ ਬਿਹਤਰ ਜ਼ਿੰਦਗੀ ਦਿੱਤੀ ਹੈ, ਸਾਨੂੰ ਸਿਰਫ ਆਪਣੇ ਆਪ ਨੂੰ ਪੋਜ਼ਿਟਿਵਿਟੀ ਦੀ ਤਰਫ ਜੋੜਨਾ। ਉਹਨਾਂ ਨੇ ਫਿਰ ਅੱਗੇ ਪੁੱਛਿਆ ਕਿ ਬਾਬਾ ਜੀ ਮੈਂ ਰੋਜ਼ ਪਾਠ ਕਰਦਾ ਹਾਂ, ਰੋਜ਼ ਕਿਸੇ ਨਾ ਕਿਸੇ ਚੀਜ਼ ਦਾ ਪਾਠ ਕਰਦਾ ਹਾਂ, ਕੀ ਠੀਕ ਹੈ? ਬਾਬਾ ਜੀ ਨੇ ਕਿਹਾ ਕਿ ਬੇਟਾ ਦੇਖੋ ਜੋ ਇੱਕ ਚੀਜ਼ ਨੂੰ ਤੁਸੀਂ ਰੋਜ਼ ਦੁਹਰਾਈ ਜਾਓਗੇ ਉਹਦੇ ਨਾਲ ਤਾਂ ਬੇਟਾ ਕੁਝ ਨਹੀਂ ਬਣਨ ਲੱਗਾ। ਬੇਟਾ ਫਾਇਦਾ ਤਾਂ ਤਦ ਹੋਊਗਾ ਜਦ ਆਪਾਂ ਉਸ ਚੀਜ਼ ਨੂੰ ਜਿਹੜਾ ਪੜ੍ਹ ਰਹੇ ਹਨ ਉਹਨੂੰ ਅਮਲ ਦੇ ਉੱਤੇ ਲਾਵਾਂਗੇ, ਉਹਨੂੰ ਸਮਝਾਂਗੇ, ਉਹਦੇ ਵਿੱਚ ਜਿਹੜੀ ਚੀਜ਼ ਲਿਖੀ ਹੈ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਾਂਗੇ, ਤਾਂ ਬੇਟਾ ਫਾਇਦਾ ਹੋਊਗਾ। ਨਹੀਂ ਤਾਂ ਬੇਟਾ ਫਿਰ ਪੜ੍ਹਨ ਦੇ ਨਾਲ ਨਹੀਂ ਹੋਣ ਲੱਗਾ, ਪੜ੍ਹਾਉਣ ਦੇ ਨਾਲ ਨਹੀਂ ਹੋਣ ਲੱਗਾ, ਹੋਵੇਗਾ ਸਾਡੀ ਕਰਨੀ ਦੇ ਨਾਲ ਹੋਵੇਗਾ। ਅਗਲਾ ਕੁਐਸਚਨ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਏਦਾਂ ਬਣਾਓ ਕਿ ਤੁਹਾਡਾ ਨਾਂ ਰੋਸ਼ਨ ਕਰ ਸਕਾਂ। ਬਾਬਾ ਜੀ ਨੇ ਕਿਹਾ ਕਿ ਬੇਟਾ 2 ਤਰੀਕੇ ਦੇ ਨਾਲ ਨਾਂ ਰੋਸ਼ਨ ਹੁੰਦਾ ਹੈ, ਇੱਕ ਨੈਗੇਟਿਵ ਤਰੀਕੇ ਦੇ ਨਾਲ, ਇੱਕ ਪੋਜ਼ਿਟਿਵ ਤਰੀਕੇ ਦੇ ਨਾਲ। ਤੁਸੀਂ ਕਿੱਦਾਂ ਕਰਨਾ ਹੈ? ਸਾਰੀ ਸੰਗਤ ਉੱਤੇ ਹੱਸਣ ਲੱਗ ਪਈ। ਫਿਰ ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਂ ਜੱਜ ਬਣਨਾ ਚਾਹੁੰਦੀ ਹਾਂ, ਮੇਰੇ ਉੱਤੇ ਦਇਆ ਕਰਨਾ। ਬਾਬਾ ਜੀ ਨੇ ਕਿਹਾ ਕਿ ਜੇ ਮੈਂ ਆਪਣੇ ਉੱਤੇ ਦਇਆ ਕਰ ਦਿੰਦਾ ਪੜ੍ਹਾਈ ਦੇ ਵਿੱਚ ਤਾਂ ਮੈਂ ਨਾ ਜੱਜ ਹੁੰਦਾ। ਬੇਟਾ ਮਾਲਿਕ ਨੇ ਸਾਨੂੰ ਇਹ ਤਾਕਤ ਦਿੱਤੀ ਹੈ, ਆਪਾਂ ਮਿਹਨਤ ਕਰੀਏ, ਬਾਕੀ ਉਸ ਮਾਲਿਕ ਦੇ ਹੱਥ ਦੇ ਵਿੱਚ ਛੱਡ ਦਈਏ। ਮਾਲਿਕ ਜੋ ਸਾਡੇ ਵਾਸਤੇ ਸਹੀ ਸਮਝੂਗਾ ਉਹ ਕਰੂਗਾ। ਤਾਂ ਇਹ ਸੀਗੇ ਕੁਝ ਕੁਐਸਚਨ ਆਨਸਰ ਜਿਹੜੇ ਕਿ ਅੱਜ ਡੇਰਾ ਬਿਆਸ ਦੇ ਵਿੱਚ ਪੁੱਛੇ ਗਏ। ਤੇ ਕੱਲ ਬਾਬਾ ਜੀ ਵੱਲੋਂ ਸਤਸੰਗ ਹੋਵੇਗਾ। ਸਤਸੰਗ ਦਾ ਟਾਈਮ 8:30 ਵਜੇ ਹੈ। ਸਤਸੰਗ ਤੋਂ ਬਾਅਦ ਮਾਲਿਕ ਨੇ ਜੇ ਚਾਹਿਆ ਤੇ ਸਤਸੰਗ ਦੀ ਸਮਰੀ ਜਿਹੜੀ ਹੈ
ਮੈਂ ਸ਼ੇਅਰ ਕਰਾਂਗਾ। ਜਿਨ੍ਹਾਂ ਨੇ ਵੀ ਸੁਣਨੀ ਹੈ ਬੜੀ ਖੁਸ਼ੀ ਦੇ ਨਾਲ ਸੁਣ ਸਕਦੇ हैं जी। गर्मी बहुत है डेरा ब्यास दे विच, लेकिन मालिक दे दर्शन करके जिहड़ी अखां दे विच ठंडक मिलदी है वो किसी गर्मी या किसी मौसम नूं हमेशा पछाड़ दिंदी है। आइए प्यार दे विच आके मालिक जो सानू समझांदा है ਉਹਨੂੰ अमल दे उत्ते लाइए। ਆਪਾਂ जिथे भी हाँ ਆਪਾਂ अपने आप ਨੂੰ उस मालिक दे नाल जोड़िए। ਤੇ ਕੱਲ ਫਸਟ ਫੇਜ਼ ਦਾ ਭੰਡਾਰਾ ਹੈ ਜਿਹੜਾ ਸਪੈਸ਼ਲ ਮਈ ਭੰਡਾਰਾ ਹੈ। ਜਿਹੜੇ ਵੀ ਆਉਣਾ ਚਾਹੁੰਦੇ ਹਨ ਬੜੀ ਖੁਸ਼ੀ ਦੇ ਨਾਲ ਡੇਰਾ ਬਿਆਸ ਆ ਸਕਦੇ ਹਨ ਜੀ। ਰਾਧਾ स्वामी जी।